हेलो गाइस, माय नेम इज़ अर्शिता। सो अज का मेरा टॉपिक हैगा मायोग्लोबिन एंड हीमोग्लोबिन फंक्शनस एंड कोऑपरेटिबिलिटी इफेक्ट। सो पहले स्टार्ट करन तो पहले मैं तुहानूं ये दसदा कि मायोग्लोबिन ते हीमोग्लोबिन फंक्शन हुंदे की है। इन्हां दा थोड़ा तो मैं तुहानूं बेसिक डिफरेंस समझा दिंदी हां पहले कि हीमोग्लोबिन ते मायोग्लोबिन दे विच बेसिक डिफरेंस की हुंदा है। जिहड़े हीमोग्लोबिन हुंदे आ ये प्रेजेंट हुंदे आ साडे ब्लड विच, किहड़े ब्लड विच हुंदे आ RBC विच प्रेजेंट हुंदे आ, ते जिहड़े मायोग्लोबिन ਹੁੰਦੇ ਆ ਇਹ ਸਾਡੇ ਮਸਲ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ। ਅਤੇ ਹੀਮੋਗਲੋਬਿਨ ਦਾ ਮੇਨ ਰੋਲ ਕੀ ਹੁੰਦਾ ਆ ਕਿ ਇਹ ਟਰਾਂਸਪੋਰਟ ਕਰਦੇ ਹੈਗੇ ਆਕਸੀਜਨ ਸਾਡੀ ਬੋਡੀ ਦੇ ਵਿੱਚ, ਅਤੇ ਮਾਇਓਗਲੋਬਿਨ ਦਾ ਰੋਲ ਕੀ ਹੁੰਦਾ ਆ, ਇਹ ਸਟੋਰ ਕਰਦੇ ਆ ਆਕਸੀਜਨ ਨੂੰ। ਠੀਕ, ਤਾਂ ਇਟ ਕੰਸਿਸਟ ਬਾਏ 4 ਪੋਲੀਪੈਪਟਾਈਲ। ਹੀਮੋਗਲੋਬਿਨ ਜਿਹੜੇ ਹੁੰਦੇ ਆ ਉਹ 4 ਪੋਲੀਪੈਪਟਾਈਲ ਨੂੰ ਆਪਣੇ ਅੰਦਰ ਕੰਸਿਸਟ ਕਰਦੇ ਹੈ, ਅਤੇ ਜਿਹੜਾ ਮਾਇਓਗਲੋਬਿਨ ਹੁੰਦਾ ਆ ਉਹ ਜਸਟ ਇੱਕ ਪੋਲੀਪੈਪਟਾਈਲ ਨੂੰ ਕੰਸਿਸਟ ਕਰਦੇ ਨੇ। ਅਗਰ ਉਸਦੇ ਪਾਸ ਤੇ ਚਾਰ ਪੋਲੀਪੈਪਟਾਈਲ ਨੇ ਅਤੇ ਉਹ 4 ਹੀ ਐਟਮ ਨੂੰ ਆਪਣੇ ਅੰਦਰ ਕੰਟੇਨ ਕਰੇਗਾ। ਅਤੇ ਅਗਰ ਉਸ ਕੋਲ ਮਾਇਓਗਲੋਬਿਨ ਕੋਲ ਇੱਕ ਪੋਲੀਪੈਪਟਾਈਲ ਹੈ ਅਤੇ ਉਹ ਸਿਰਫ ਇੱਕ ਆਇਰਨ ਐਟਮ ਨੂੰ ਹੀ ਆਪਣੇ ਅੰਦਰ ਕੰਟੇਨ ਕਰੇਗਾ। ਇਟ ਅਟੈਚ ਦ 4 ਆਕਸੀਜਨ ਮੋਲੀਕਿਊਲਸ। ਅਗਰ ਉਸਦੇ ਕੋਲ 4 ਪੋਲੀਪੈਪਟਾਈਲ ਨੇ, ਅਗਰ 4 ਹੀ ਆਇਰਨ ਐਟਮ ਨੇ ਅਤੇ ਉਹ 4 ਹੀ ਆਕਸੀਜਨ ਨੂੰ ਆਪਣੇ ਅੰਦਰ ਅਟੈਚ ਕਰੇਗਾ। ਠੀਕ ਹੈ, ਅਤੇ ਮਾਇਓਗਲੋਬਿਨ ਜੇ ਹੈਗਾ ਆ ਉਹਦੇ ਕੋਲ ਸਿਰਫ ਇੱਕ ਪੋਲੀਪੈਪਟਾਈਲ ਹੈ, ਇੱਕ ਹੀ ਆਇਰਨ ਐਟਮ ਹੈ ਅਤੇ ਇੱਕ ਹੀ ਉਸ ਕੋਲ ਆਕਸੀਜਨ ਦਾ ਐਟਮ ਜਿਹੜਾ ਅਟੈਚ ਹੋਊਗਾ। ਸੋ ਇਹਨਾਂ ਦੋਨਾਂ ਦੇ ਡਿਫਰੈਂਸ ਨੂੰ ਲੈ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਅਕੋਰਡਿੰਗ ਟੂ ਦਿਸ ਡਿਫਰੈਂਸ ਵੀ ਕੈਨ ਸੇ ਡੈਟ ਦ ਹੀਮੋਗਲੋਬਿਨ ਹੈਜ਼ ਅ ਮੋਰ ਆਕਸੀਜਨ ਕੈਰਿੰਗ ਕੈਪੈਸਿਟੀ ਐਜ਼ ਕੰਪੇਅਰ ਟੂ ਮਾਇਓਗਲੋਬਿਨ। ਠੀਕ ਹੈ, ਅਸੀਂ ਕਹਿ ਸਕਦੇ ਹਾਂ ਕਿ ਹੀਮੋਗਲੋਬਿਨ ਹੈ ਜਿਹੜਾ ਉਹ ਜ਼ਿਆਦਾ ਆਕਸੀਜਨ ਨੂੰ ਕੈਰਿੰਗ ਕਰੇਗਾ ਐਜ਼ ਕੰਪੇਅਰ ਟੂ ਮਾਇਓਗਲੋਬਿਨ ਨਾਲੋਂ। ਇਹ ਤਾਂ ਸਾਡਾ ਹੋ ਗਿਆ ਕਿ ਹੀਮੋਗਲੋਬਿਨ ਅਤੇ ਮਾਇਓਗਲੋਬਿਨ ਹੁੰਦਾ ਕੀ ਹੈ। ਹੁਣ ਅਸੀਂ ਅਗਲਾ ਸਾਡਾ ਜਿਹੜਾ ਟੌਪਿਕ ਹੈਗਾ ਆ ਉਹ ਹੈਗਾ ਆ ਕੋਆਪਰੇਟਿਵਿਟੀ। ਹੁਣ ਕੋਆਪਰੇਟਿਵ ਇਫੈਕਟ ਹੁੰਦਾ ਕੀ ਹੈ, ਕਹਿੰਦਾ ਮੈਂ ਤੁਹਾਨੂੰ ਬੇਸਿਕ ਡੈਫੀਨੇਸ਼ਨ ਦੱਸਦੀ ਹਾਂ ਇਹਦੀ ਲਿਖ ਕੇ। ਕਹਿੰਦਾ ਬਾਈਂਡਿੰਗ ਆਫ ਅ ਫਸਟ ਆਕਸੀਜਨ ਮੋਲੀਕਿਊਲਸ ਟੂ ਦ T state is weak, but is its addition encourage the addition of a second molecules to other heme subunits, and this process is continued till 4 oxygen bind to the 4 subunits, and this phenomena is called a cooperativity effect। ठीक है, ਹੁਣ ਕਹਿੰਦਾ ਹੈ ਕਿ ਕੋਆਪਰੇਟਿਵਿਟੀ ਇਫੈਕਟ ਕੀ ਹੁੰਦਾ ਹੈ। ਕਹਿੰਦਾ ਕਿ ਜਦੋਂ ਬਾਈਂਡਿੰਗ ਆਫ ਦ ਫਸਟ ਆਕਸੀਜਨ ਮੋਲੀਕਿਊਲਸ ਨੂੰ T state ਇਜ਼ ਵੀਕ ਹੋਣੀ ਚਾਹੀਦੀ ਹੈ, ਇਹਦੀ ਕੰਡੀਸ਼ਨ ਕਿਆ ਹੋਣੀ ਚਾਹੀਦੀ ਹੈ ਕਿ ਉਹਦੇ 'ਚ ਐਡੀਸ਼ਨਸ ਹੋਵੇ ਸੈਕਿੰਡ ਮੋਲੀਕਿਊਲਸ ਦਾ, ਐਂਡ ਉਹਦੇ ਕੋਲ ਇੱਕ ਹੀਮੀ ਸਬ ਯੂਨਿਟ ਹੈਗਾ ਹੈ, ਅਤੇ ਦਿਸ ਪ੍ਰੋਸੈਸ ਇਜ਼ ਇਹ ਪ੍ਰੋਸੈਸ ਜਿਹੜਾ ਕੰਟੀਨਿਊ ਹੁੰਦਾ ਰਹਿੰਦਾ ਆ। ਪਹਿਲੇ ਤਾਂ ਸਾਡੇ ਕੋਲ ਇੱਕ ਆਕਸੀਜਨ ਸੀਗੀ, ਅਤੇ ਇਹ ਆਕਸੀਜਨ ਕਦੋਂ ਤੱਕ ਜਾਣੀ ਹੈ, ਜਦੋਂ ਤੱਕ ਸਾਡੇ ਕੋਲ 4 ਆਕਸੀਜਨ ਦੀ ਬਾਈਂਡਿੰਗ ਨਾ ਹੋ ਜੇ। ਅਤੇ ਇਹ ਕਿਆ ਬਣਾ ਲੈਣ, ਜਦੋਂ ਇੱਕ ਆਕਸੀਜਨ ਸੀਗੀ ਤਾਂ ਸਾਡੇ ਕੋਲ ਸਿਰਫ ਇੱਕ ਹੀਮੀ ਸਬ ਯੂਨਿਟ ਸੀਗਾ, ਬਟ ਜਦੋਂ ਸਾਡੇ ਕੋਲ 4 ਆਕਸੀਜਨ ਆ ਗਈਆਂ ਤਾਂ ਸਾਡੇ ਕੋਲ 4 ਸਬ ਯੂਨਿਟਸ ਹੋ ਗਏ, ਅਤੇ ਇਹ ਵਾਲੇ ਫਿਨੋਮੀਨਾ ਨੂੰ ਕੀ ਕਹਿੰਦੇ ਆ, ਕੋਆਪਰੇਟਿਵਿਟੀ ਇਫੈਕਟ। ਸੋ ਹੁਣ ਅਸੀਂ ਕਰਨਾ ਹੈ ਕਿ ਟਰਾਂਸਪੋਰਟ ਆਫ ਆਕਸੀਜਨ ਦੀ ਟਰਾਂਸਪੋਰਟ ਸਾਡੇ ਕੋਲ ਕਿਵੇਂ ਹੁੰਦੀ ਹੈ। ਠੀਕ ਹੈ, ਇਹ ਸਾਡਾ ਅੱਜ ਦਾ ਮੇਨ ਟੋਪਿਕ ਹੈਗਾ ਕਿ ਕਹਿੰਦਾ ਮੈਂ ਤੁਹਾਨੂੰ ਇਹਨਾਂ ਨੂੰ ਪੁਆਇੰਟਸ ਵਿੱਚ ਕਲੀਅਰ ਕਰ ਦਿੰਦੀ ਹਾਂ ਕਿ ਕਹਿੰਦਾ ਐਟ ਦ ਟਾਈਮ ਹੀਮੋਗਲੋਬਿਨ reach up to the tissues it dissociate। ਹੀਮੋਗਲੋਬਿਨ ਕੀ ਹੁੰਦਾ ਆ, ਕਹਿੰਦਾ ਕਿ ਜਦੋਂ, ਹੁਣ ਮੈਂ ਤੁਹਾਨੂੰ ਵੈਸੇ ਹੀ ਨੋਰਮਲ ਸਮਝਾ ਦਿੰਦੀ ਹਾਂ। ਕਹਿੰਦਾ ਕਿ ਜਦੋਂ ਹੀਮੋਗਲੋਬਿਨ ਪਲੱਸ ਆਕਸੀਜਨ ਨਾਲ ਅਟੈਚ ਹੁੰਦਾ ਆ ਤਾਂ ਉਹ ਕੀ ਬਣਾਉਂਦਾ ਆ, ਆਕਸੀ ਹੀਮੋਗਲੋਬਿਨ। ਕੀ ਬਣਾਉਂਦਾ ਆ, ਆਕਸੀ ਹੀਮੋਗਲੋਬਿਨ। ਇਹ ਮੈਂ ਤੁਹਾਨੂੰ ਮੋਟਾ ਮੋਟਾ ਇੱਥੋਂ ਸਮਝਾ ਦਿੰਦੀ ਹਾਂ। ਹੁਣ ਅੱਗੇ ਅਸੀਂ ਸੈਕਿੰਡ ਪੁਆਇੰਟ ਕੀ ਲਿਆ ਕਿ ਕਹਿੰਦਾ ਆਕਸੀਜਨ ਫ੍ਰੀ ਐਂਡ ਇਟ ਡਜ਼ ਇਨਟੂ ਦ ਫਲੂਇਡ ਫਰੋਮ ਦ ਬਲੱਡ। ਕਹਿੰਦਾ ਕਿ ਜਦੋਂ ਆਕਸੀਜਨ ਫ੍ਰੀ ਹੋ ਜਾਂਦੀ ਹੈ ਅਤੇ ਉਹ ਕੀ ਕਰਨ ਲੱਗ ਪੈਂਦੀ ਹੈ, ਬਲੱਡ ਦੇ ਵਿੱਚ ਫਲੋ ਕਰਨ ਲੱਗ ਪੈਂਦੀ ਹੈ। ਇਨ ਪਲੇਸ ਇਟੋ ਕਾਰਬਨ ਡਾਈਆਕਸਾਈਡ ਫਰੋਮ ਟਿਸ਼ੂ ਫਲੂਇਡ ਕਮਸ ਇਨਟੂ ਦ ਬਲੱਡ। ਕਹਿੰਦਾ ਕਿ ਜਦੋਂ ਕਾਰਬਨ ਡਾਈਆਕਸ ਮਤਲਬ ਆਕਸੀਜਨ ਤਾਂ ਅੰਦਰ ਚਲੀ ਗਈ, ਹੁਣ ਕੁਛ ਨਾ ਕੁਛ ਤਾਂ ਵਾਪਿਸ ਆਉਣਾ ਹੀ ਹੈ। ਕਹਿੰਦਾ ਕਿ ਇਨ ਦ ਪਲੇਸ ਆਫ ਏ ਕਾਰਬਨ ਡਾਈਆਕਸਾਈਡ ਕਿੱਥੋਂ ਆਉਂਦੀ ਹੈ, ਟਿਸ਼ੂ ਦੇ ਵਿੱਚੋਂ ਆਉਂਦੀ ਹੈ, ਇਨਟੂ ਦ ਬਲੱਡ 'ਚੋਂ। ਮਤਲਬ ਕਿ ਬਲੱਡ 'ਚੋਂ ਹੋ ਕੇ ਟਿਸ਼ੂ ਕੋਲ ਆਉਂਦੀ ਹੈ, ਅਤੇ ਟਿਸ਼ੂ ਕਿਆ ਕਰਦੇ ਉਹਨਾਂ ਨੂੰ ਬਾਹਰ ਤੱਕ ਭੇਜ ਦਿੰਦਾ ਹੈ। ਕਹਿੰਦਾ ਇਟ ਇਜ਼
डज अ सिंपल डिफ्यूजन, एक सिंपल डिफ्यूजन है, कोई कंप्लीकेटेड कुछ नहीं होंदा। कहते द रेट ऑफ ए सैचुरेशन ऑफ अ हीमोग्लोबिन विद ऑक्सीजन इज़ डायरैक्टली प्रपोर्शन टू द कंसनट्रेशन ऑफ ऑक्सीजन विद राइज PO2 ਅਸੀਂ ਕੀ ਕਹਿੰਦੇ ਹਾਂ ਇਹਨੂੰ, ਪ੍ਰੈਸ਼ਰ ऑफ ऑक्सीजन। PO2 is a pressure of oxygen and affinity between the oxygen and hemoglobin in is also increase। मैं point वापस दस दिनी है, कहता the rate of saturation of a hemoglobin। ਹੁਣ the rate of hemoglobin ਦੀ ਜਿਹੜੀ saturation ਹੈ with the oxygen ਨਾਲ, hemoglobin ਦੀ saturation with the oxygen ਨਾਲ ਕਿਹਦੇ directly proportion है to the concentration of oxygen, किहदी कंसनट्रेशन, ऑक्सीजन की कंसनट्रेशन विद द राइज ऑफ प्रैशर ऑफ ऑक्सीजन एंड इंफिनिटी बिटवीन द ऑक्सीजन एंड हीमोग्लोबिन इज़ आल्सो इनक्रीज। हुण मैं तुहानूं पॉइंट दसदा, जिहड़ा PO2 हुंदा है उन्होंने आप की बोलते हैं प्रैशर ऑफ ऑक्सीजन। अगे मायोग्लोबिन का पॉइंट शुरू करने तो पहले मैं तुहानूं ये सारा एक डायग्राम नाल क्लीयर कर दिन्नी आ। सो दिस इज़ अ डायग्राम ट्रांसपोर्ट ऑफ ए ऑक्सीजन। हुण मैं तुहानूं दसदा कि जदों ऑक्सीजन फ्रॉम लंग्स दे विचों, ये लंग्स है, ऑक्सीजन फ्रॉम लंग्स दे विचों जदों साडे टिश्यूज़ कोल आउंदे आ, मतलब सॉरी ब्लड विचों आउंदे आ, ब्लड किहड़ा हैगा साडे कोल RBC, रेड ब्लड सैल, ठीक है। जदों आउंदे आ ते ਇਹਦੇ ਕੋਲ ਜਾਂਦੇ ਆ, मतलब टिश्यूज़ कोल ਜਾਂਦੇ आ। टिश्यूज़ की करदा आ कि जदों जिहड़े ब्लड हैगे आ, ऑक्सीजन है उन्होंने अपने बाहर अराउंड कर लेंदा। हुण मैं थर्ड स्टैप तुहानूं दस्सिआ कि जिहड़े ब्लड है, मतलब कि सैल्स हैगे आ, वो साडे टिश्यूज़ दे अंदर चले गए, किहड़े हैगे, ब्लड इन ऑक्सीजन इन सॉरी रेड ब्लड सैल। ऑक्सीजन इत्थों आई टिश्यूज़ कोल गई, टिश्यूज़ ने की कीता, फिर अगे सैल्स नूं सॉरी टिश्यूज़ नूं ऑक्सीजन दे अराउंड घुमाता। फिर अगे स्टैप च की कीता मैं कि जिहड़े साडा सैल है सॉरी टिश्यूज़ है उहदे विच की चल गया, साडा ऑक्सीजन चल गई, इहदा मतलब कि किस फॉर्म च भी चल गई, रेड ब्लड सैल दे फॉर्म च चल गई। सानू पता आ कि जिहड़ा एक हीमोग्लोबिन हुंदा है वो किन्ने ऑक्सीजन नू कैरी कर सकदा या बाइंड कर सकदा आ, 4 मॉलिक्यूल्स नू, ठीक है, 4 नू बाइंड कर सकदा आ। ते लास्ट स्टैप इज़ कि असी ऑक्सीजन नू आपे अगे डिवीजन करती उहदी, मतलब अलग अलग ऑर्गनस दे विच भेजती, ऑर्गनस लाइक डैट स्टमक कुछ भी है ना, उहदे विच साडा चल गया। हुण इस केस विच जदों साडी मतलब कि ऑक्सीजन ऑर्गनस दे विच चल गई, उदों जिहड़ा साडे कोल है प्रैशर ऑफ ऑक्सीजन जिहड़ा हैगा आ वो की हो गया, डिक्रीज़, मतलब घट गया। प्रैशर ऑफ ऑक्सीजन क्या हो गया, साडा घट गया। हुण असीं इहनूं देख लैंदे कि जदों हीमोग्लोबिन है ऑक्सीजन की फॉर्म च जब साडे ऑर्गनस तक जाता है तो किस फॉर्म च जाता है, हीमोग्लोबिन प्लस ऑक्सीजन रिएक्शन हुई हीमोग्लोबिन इंटू या हीमोग्लोबिन ऑक्सीजन, ठीक है। हुण देखो मैं तुहानूं क्लीयर करा कि पॉइंट कि जिहड़ा साडा प्रैशर ऑफ ऑक्सीजन है वो इत्थे क्या हो गया साडे कोल, डिक्रीज़। बट जदों असीं पहले देखिए कि जदों असीं भेजिया सीगा उदों क्या सीगा, प्रैशर ऑफ ऑक्सीजन क्या सीगी साडी, इनक्रीज़ सीगी। हुण अकॉर्डिंग टू द गैस फ्लो असीं कहने आ कि जिहड़ी गैस फ्लो करती है वो कित्थों फ्लो करती है, हाई प्रैशर टू लोअर प्रैशर। सो जिहड़ा प्रैशर ऑफ ऑक्सीजन है वो कित्थों कित्थों लैके होया, मतलब कि RBC टू ऑर्गनस दे विच, RBC टू ऑर्गनस दे विच, मतलब इत्थों इनक्रीज़ सीगा, हायर टू लोअर इत्थे इनक्रीज़ सीगा, इत्थे क्या है घट, मतलब कि RBC टू ऑर्गनस दे विच। सिमिलर जिहड़ी कार्बन डाइऑक्साइड है इन्हें तो हुण जिहड़ी यूज़ हो गई, इन्हें कार्बन डाइऑक्साइड वापस भेजनी है, ये सर्कल क्या हो जाना रिवर्स, तो ये कार्बन डाइऑक्साइड भेज के मतलब इत्थे की कार्बन डाइऑक्साइड हैगी साडी ज़्यादा, मतलब कि CO2 इत्थे क्या हैगी साडी सब तो ज़्यादा, तो घट कित्थे है, लंग्स दे विच या फिर कित्थे हैगी है RBC सैल्स दे विच, ठीक है। तो असीं इनू की कह सकते हैं कि ऑर्गनस टू बी RBC, मतलब कि साडी जिहड़ी कार्बन डाइऑक्साइड है वो कित्थे ज़्यादा आ, ऑर्गनस दे विच, ते कित्थे घट हैगी साडी कोल RBC दे विच। सो ये सीगा साडा कि ट्रांसपोर्ट ऑफ ऑक्सीजन किहदे विच हुंदा आ, हीमोग्लोबिन दे विच। हुण असीं अगर गल करिए कि मायोग्लोबिन दे विच किद्दां हुंदा आ, कहंदा मायोग्लोबिन हैज़ ओनली वन हीमी ग्रुप,
हाँ जी। तो ਜਿਹੜਾ ਮਾਇਓਗਲੋਬਿਨ ਹੈ ਉਹਦੇ ਕੋਲ ਸਿਰਫ ਇੱਕ ਹੀਮੀ ਗਰੁੱਪ ਹੁੰਦਾ ਆ ਅਤੇ ਹੀਮੋਗਲੋਬਿਨ ਸਾਡੇ ਕੋਲ ਕਿੰਨੇ ਹੁੰਦੇ ਸੀਗੇ 4 ਹੁੰਦੇ ਆ ਪਰ molecules and the bonding between the iron and the oxygen molecules is a similar that in the hemoglobin but the equilibrium is a similar because only one oxygen molecules is bound कितना ऑक्सीजन ਹੁੰਦਾ ਹੈ just only one oxygen ठीक है। ਹੁਣ ਅਸੀਂ ਇਹਦਾ ਰਿਐਕਸ਼ਨ ਦੇਖਦੇ ਹਾਂ ਕਹਿੰਦਾ the reversible binding of oxygen to ਮਾਇਓਗਲੋਬਿਨ MB ਹੁੰਦਾ ਆ ਮਾਇਓਗਲੋਬਿਨ ठीक है मे बी रिप्रजेंट बाय द सिंपल इक्विलिब्रियम रिएक्शन हुण कोई भी इक्विलिब्रियम रिएक्शन है असीं मायोग्लोबिन नाल ऑक्सीजन दी करते हैं किहदे च आंदी है साडे कोल इक्विलिब्रियम च क्या बनया मायोग्लोबिन प्लस ऑक्सीजन इक्विलिब्रियम रिएक्शन जदों होई तो मायोग्लोबिन ऑक्सीजन बन गया हुण जदों असीं इक्विलिब्रियम कॉन्स्टेंट कढना इहदा सानूं पता है कि इक्विलिब्रियम कॉन्स्टेंट दा फॉर्मूला की हुंदा है दिस इज़ द प्रोडक्ट्स एंड दिस इज़ अ रिएक्टेंट अपॉन प्रोडक्ट्स ठीक है। हुण ये क्या आ गया साडे कोल रिएक्टेंट ये क्या आ गया साडे कोल प्रोडक्ट्स दोनों प्रोडक्ट्स ठीक है। हुण आपां की कीता कि जिहड़ा ऑक्सीजन है उहनूं रिप्लेस करता पी नाल किहदे नाल करता पी नाल हुण साडे कोल इहनूं O2 नूं किहदे नाल रिप्लेस करता पी नाल तो O2 दी जगह की आ गया साडे कोल पी हुण इत्थे की कहंदा कि पी इज़ रिप्रजेंट द इक्विलिब्रियम पार्शियल प्रैशर ऑफ ए ऑक्सीजन पी रिप्रजेंट करदा पिया है इक्विलिब्रियम पार्शियल प्रैशर ऑफ ए ऑक्सीजन नाल नाउ असी कंसीडर किया कि ए टर्म ऑफ अ फ्रैक्शनल ऑक्सीजन सैचुरेशन थीटा विच रिप्रजेंट द रेशो ऑफ द कंसनट्रेशंस ऑफ द मायोग्लोबिन प्रेजेंट इन द मायोग्लोबिन ऑक्सीजन टू द टोटल कंसनट्रेशन ऑफ अ मायोग्लोबिन हुण असी उहनूं के नूं कितना इक्विलिब्रियम नूं कितना डिनोट करता थीटे नाल हुण की कीता आपां कि उहदी कंसनट्रेशन ले ली किदा मायोग्लोबिन ऑक्सीजन अपॉन मायोग्लोबिन प्लस मायोग्लोबिन ऑक्सीजन ठीक है मतलब जिहड़ा प्रोडक्ट आया ते जिहड़ा साडा मेन प्रोडक्ट सीगा उहदे च की करता आपां एडिशन आपां जदों एडिशन करती हुण जिहड़ी वैल्यू सीगी आपां उहदे च पुट करती हुण क्या आ गया साडे कोल K इज़ इक्वल टू थीटा अपॉन 1 माइनस थीटा P आ गया ठीक है। हुण जदों असीं थीटा की वैल्यू कड्ढी तो सारे नूं रिप्लेस करके उहदे आपां की कढ ली थीटे की वैल्यू कढ ली ठीक है। थीटा साडे कोल किहदे बराबर आ गया KP डिवाइडेड बाय 1 प्लस K इंटू P ठीक है। हुण कहंदा है कि दिस इक्वेशन इज़ फॉर द हाइपरबोलिक कर्व लैब्ड myoglobin when the myoglobin is a half saturated theta is a 0.5 so that the partial pressure of oxygen is a p half is उन्हें आप किधर लिख सकते हैं K is equal to आप ए वाली इक्वेशन ले ए वाली इक्वेशन जो आप ये वाली इक्वेशन ले ए वाली इक्वेशन आप की किया कि जोड़ा P है उन्होंने किस लगता P इंटू पी नू हाफ करता तो K इज़ इक्वल टू कि बराबर आ गया थीटा अपॉन 1 माइनस थीटा P हाफ ठीक है। हुण आपां की किया कि जिहड़ा सैचुरेटेड है हाफ सैचुरेटेड थीटा नू किहदे वैल्यू पुट करती 0.5 तो K की जगह मतलब थीटा की जगह की करता पुट 0.5 अपॉन 1 माइनस 0.5 P 1 बाय हाफ K इज़ इक्वल टू कि बराबर आ गया 1 अपॉन P हाफ हुण P हाफ नू उधर लै गए आपां तो क्या रह गया 1 अपॉन K नाल किहदी कड्ढी आपां ऑक्सीजन दी किहदी कड्ढी आपां P हाफ किहदी कड्ढी ऑक्सीजन दी ठीक है। सो इत्थे आपां की लिखता ऑक्सीजन कन्फ्यूज़ नहीं होना कि इत्थे आपां O2 किदां लै लिया क्योंकि असी पार्शियल प्रैशर किहदा कड्ढिया पार्शियल प्रैशर जिहड़ा किहदा कड्ढिया आपां किहदा ऑक्सीजन दा तां करके आपां इत्थे लै लिया O2 ठीक है। हुण 0.5 सैचुरेशन K इज़ डिफाइंड एज अ inverse of a partial pressure of oxygen at a 50% saturation कहता कि 0.5 जोड़ा सैचुरेशन है K आपां K नू डिफाइन करना when the 0.5 सैचुरेशन जो साढ़े को 0.5 सैचुरेशन है तो K डिफाइन करना है असी तो K कदों डिफाइंड है कहता 0.5 सैचुरेशन K इज़ डिफाइंड एज inverse of a partial pressure of oxygen at a 50% saturation ठीक है। हुण कहता है for the hemoglobin having a 4 subunits has a more complex behavior ठीक है। कहता कि हीमोग्लोबिन कोले किन्ने है 4 सबयूनिट्स है तो उहदे कोल मोर कंपलैक्स बिहेवियर हुंदा है ठीक है। हीमोग्लोबिन कोल 4 है बट मायोग्लोबिन कोल किन्ने है 1 सबयूनिट्स है ता करके उहदे को क्या हुंदा है लैक्स
ਕੰਪਲੈਕਸ ਹੁੰਦਾ ਆ। ਫ੍ਰੈਕਸ਼ਨ ਆਕਸੀਜਨ ਸੈਚੂਰੇਸ਼ਨ ਇਨ ਦ ਕੇਸ ਆਫ ਹੀਮੋਗਲੋਬਿਨ ਇਜ਼ ਗਿਵਨ ਬਾय ਦ ਐਕਸਪ੍ਰੈਸ਼ਨ। ਆਪਾਂ ਇਸ ਐਕਸਪ੍ਰੈਸ਼ਨ ਨਾਲ ਆਪਾਂ ਕੀ ਕੱਢ ਸਕਦੇ ਆ, ਸੈਚੂਰੇਸ਼ਨਸ ਆਫ ਹੀਮੋਗਲੋਬਿਨ ਦੀ ਕੱਢ ਸਕਦੇ ਹਾਂ। ਜਿਹੜਾ ਸਾਡੇ ਕੋਲ ਇਹ ਆਇਆ ਇਹਦੇ ਕਿਹਦੀ ਕੱਢ ਸਕਦੇ ਆ ਆਪਾਂ, ਮਾਇਓਗਲੋਬਿਨ ਦੀ ਕੇਸ ਵਿੱਚ ਕੱਢ ਕੇ ਕੀਤਾ ਸੀਗਾ, ਅਤੇ ਇਹ ਕਿਹਦੇ 'ਚ ਹੈ ਸਾਡੇ ਕੋਲ ਹੀਮੋਗਲੋਬਿਨ ਦੇ ਕੇਸ ਵਿੱਚ। ਠੀਕ ਹੈ, ਤਾਂ ਇਹ ਆ ਗਿਆ ਕੇ ਪੀ ਦੀ ਪਾਵਰ n ਅਪੋਨ 1 ਪਲੱਸ ਕੇ ਪੀ ਦੀ ਪਾਵਰ n, ਵੇਅਰ n ਇਜ਼ ਇਕੁਅਲ ਟੂ 2.8। ਕੀ ਕਹਿੰਦਾ ਆ, ਕਹਿੰਦਾ ਦ ਵੈਲਿਊ ਆਫ, ਜਿਹੜੀ ਅਸੀਂ ਪਿੱਛੇ n ਦੀ ਵੈਲਿਊ ਕੱਢੀ 2.8, ਉਹ ਕਿਹਦੇ ਪਰ ਡਿਪੈਂਡ ਕਰਦੀ ਹੈ, pH 'ਤੇ ਡਿਪੈਂਡ ਕਰਦੀ ਹੈ। ਹੁਣ ਕੋਈ ਵੀ ਐਸਿਡ ਹੈ, ਬੇਸ ਹੈ, ਉਹਦੀ ਤਾਂ pH ਕੁਛ ਨਾ ਕੁਛ ਹੋਊਗੀ। ਠੀਕ ਹੈ, ਉਹ ਕਿਹਦੇ ਪਰ ਡਿਪੈਂਡ ਕਰਦੀ ਹੈ, ਸਾਡੇ pH 'ਤੇ। ਹੁਣ ਅਗਰ ਅਸੀਂ ਵਾਟਰ ਲੈ ਲਈਏ, ਵਾਟਰ ਦੀ pH ਕਿੰਨੀ ਹੁੰਦੀ ਹੈ, 7 ਹੁੰਦੀ ਹੈ। ਮਤਲਬ ਕਿ ਨਿਊਟਰਲ ਜਿਹੜਾ ਵਾਟਰ ਹੁੰਦਾ, ਨੋਰਮਲ ਵਾਟਰ, ਉਹਦੀ pH ਕੀ ਹੁੰਦੀ 7, ਮਤਲਬ n ਦੀ ਵੈਲਿਊ ਕੀ ਹੋ ਗਈ 7, ਮਤਲਬ ਡਿਪੈਂਡ ਹੀ ਉਸ 'ਤੇ ਕਰਦੀ ਹੈ। ਹੁਣ ਕੀ ਕਹਿੰਦਾ ਆ, ਦ HbO2 HB hemoglobin oxygen binding curve is described by a sigmoidal shape। ਇਹ ਵਾਲੀ ਕਿਹੜੀ ਸ਼ੇਪ ਹੁੰਦੀ ਆ, S shape ਹੁੰਦੀ ਆ। Thus the shape of this curve for the two hemes protein is different। The hemoglobin oxygen binding curve is for the sigmoidal by types, whereas the myoglobin oxygen binding curve is a simple here hyperbolic ਕਰਵ। ਠੀਕ ਹੈ, ਹੁਣ ਜਿਹੜੀ ਸਾਡੇ ਕੋਲ ਹੀਮੋਗਲੋਬਿਨ ਅਤੇ ਆਕਸੀਜਨ ਦੀ ਬਾਈਡਿੰਗ ਕਰਵ ਹੈ, ਉਹ ਕਿਆ ਹੈਗੀ ਹੈ, ਸਿਗਮੋਡਲ ਟਾਈਪ ਦੀ ਕਰਵ ਹੈਗੀ, ਮਤਲਬ ਐਸ ਟਾਈਪ ਦੀ। ਠੀਕ ਹੈ, ਬਟ ਜਿਹੜੀ ਸਾਡੇ ਕੋਲ ਮਾਇਓਗਲੋਬਿਨ ਦੀ ਆਕਸੀਜਨ ਦੀ ਕਰਵ ਹੈਗੀ ਹੈ, ਬਾਈਡਿੰਗ ਕਰਵ, ਉਹ ਕਿਹਦੀ ਹੈਗੀ ਹੈ, ਸਿੰਪਲ ਜਿਹੜੀ ਹੁਣ ਸਾਡੇ ਕੋਲ ਹੁੰਦੀ ਹੈ ਹੀਮੋਗਲੋਬਿਨ ਟਾਈਪ ਆਫ ਕਰਵ ਹੁੰਦੀ ਹੈ। ਦ ਸ਼ੇਪ ਆਫ ਏ ਹੀਮੋਗਲੋਬਿਨ ਕਰਵ ਇੰਡੀਕੇਟ ਦੈਟ ਦ ਪਰਮਿਟਸ ਬਲੱਡ to deliver more oxygen to the tissues than if HB hemoglobin had a hyperbolic curve। ਹੁਣ ਮੈਂ ਤੁਹਾਨੂੰ ਸਿੰਪਲਰ ਹੀਮੋਗਲੋਬਿਨ ਹਾਈਪਰਬੋਲਿਕ ਅਤੇ ਸਿਗਮੋਡਲ ਜਿਹੜੀ ਕਰਵ ਹੁੰਦੀ ਹੈ ਉਹ ਕੀ ਹੁੰਦੀ ਹੈ, ਮੈਂ ਤੁਹਾਨੂੰ ਵੈਸੇ ਦੱਸ ਦਿੰਦੀ ਹਾਂ ਫॉर ਮੈਡੀਕਲ ਸਟੂਡੈਂਟਸ। ਜਿਹੜੀ ਹਾਈਪਰਬੋਲਿਕ ਕਰਵ ਹੁੰਦੀ ਹੈ ਲਾਈਕ ਬੈਂਡ ਹੁੰਦੀ ਹੈ, ਬੈਂਡ ਸ਼ੇਪ, this type and this type। और ਜਿਹੜੀ sigmoidal model curve ਹੁੰਦੀ ਹੈ like S shape, this type, this like this and like this। ਹੁਣ ਅਸੀਂ ਇਹਨਾਂ ਦਾ ਗ੍ਰਾਫ ਦੇਖ ਲੈਂਦੇ ਹਾਂ। ਆਕਸੀਜਨ ਬਾਈਡਿੰਗ ਕਰਵ ਫॉर ਮਾਇਓਗਲੋਬਿਨਸ ਐਂਡ ਹੀਮੋਗਲੋਬਿਨਸ ਵਿਦ ਦ ਪਾਰਸ਼ੀਅਲ ਪ੍ਰੈਸ਼ਰ ਆਫ ਆਕਸੀਜਨ। ਹੁਣ ਅਗਰ ਅਸੀਂ ਪਾਰਸ਼ੀਅਲ ਪ੍ਰੈਸ਼ਰ ਆਫ ਆਕਸੀਜਨ, ਠੀਕ ਹੈ, ਅਤੇ ਪਰਸੈਂਟੇਜ ਆਫ ਸੈਚੂਰੇਸ਼ਨ ਹੀਮੋਗਲੋਬਿਨ ਅਤੇ ਮਾਇਓਗਲੋਬਿਨ ਦੇ ਦੇਖੀਏ। ਹੁਣ ਆਪਾਂ ਕੀ ਕਰਦੇ ਹਾਂ, ਇਨ ਦ ਲੰਗਸ ਦੇ ਵਿੱਚ ਦੇਖਣਾ ਆ। ਠੀਕ ਹੈ, ਪ੍ਰੈਸ਼ਰ ਆਫ ਆਕਸੀਜਨ ਆਪਾਂ ਦੇਖਦੇ ਹਾਂ। ਹੁਣ ਅਗਰ ਆਪਾਂ ਲੈ ਲਈਏ ਕਿ ਵੀ ਦਾ ਡਿਫਰੈਂਸ ਲੈ ਲਈਏ 0, 20, 40, 60, 80 ਐਂਡ 100 ਅਪ ਟੂ ਸੋਨ। ਆਪਾਂ ਚੈੱਕ ਕੀਤਾ ਹੈ ਕਿ ਜਿਹੜੀ ਮਾਇਓਗਲੋਬਿਨ ਹੈ ਇਹ ਆਪਾਂ ਇਹ ਵਾਲੀ ਮਾਇਓਗਲੋਬਿਨ ਨੂੰ ਕਿੰਨਾ ਰਿਪਰੈਜ਼ੈਂਟ ਕੀਤਾ ਹੋਇਆ ਆਪਾਂ, ਡੋਟਡ ਲਾਈਨਸ। ਠੀਕ ਹੈ, ਡੋਟਡ ਲਾਈਨਸ ਮਤਲਬ ਕਿ ਇਹਦੇ ਕੋਲ ਸਿਰਫ ਕਿੰਨਾ ਹੈ, 1 ਹੀਮੀ ਗਰੁੱਪ ਹੈ। ਠੀਕ ਹੈ, ਅਤੇ ਇਹਦੇ ਕੰਪਲੈਕਸ ਵੀ ਕਿਆ ਹੈ, ਲੈਸ ਹੋਣੇ ਕੰਪਲੈਕਸ ਵੀ। ਅਤੇ ਜਿਹੜਾ ਹੀਮੋਗਲੋਬਿਨ ਹੈ ਉਹਦੇ ਕੋਲ ਕਿੰਨੇ ਹੁੰਦੇ ਆ, 4 ਹੀਮੀ ਗਰੁੱਪਸ ਹੁੰਦੇ ਆ। ਠੀਕ ਹੈ, ਅਤੇ ਇਹਦੇ ਕੋਲ ਕਿਆ ਹੁੰਦੇ ਆ, ਮੋਰ ਕੰਪਲੈਕਸ ਬਣਦੇ ਆ। ਠੀਕ ਹੈ, ਮੋਰ ਕੰਪਲੈਕਸ ਹੁੰਦੇ ਆ, ਤਾਂ ਅਸੀਂ ਇਹਨੂੰ ਡਾਰਕ ਲਾਈਨ ਨਾਲ ਸ਼ੋ ਕੀਤਾ। ਜਿਹੜਾ ਮਾਇਓਗਲੋਬਿਨ ਹੈ ਡੋਟਡ ਲਾਈਨਸ। ਠੀਕ ਹੈ, ਡੋਟਡ ਲਾਈਨਸ ਦਿਸ ਇਨ ਦ ਔਨ ਦ ਸ਼ੇਪ ਆਫ, ਇਹ ਹੁੰਦੀ ਹੈ ਹਾਈਪਰਬੋਲਿਕ ਸ਼ੇਪ ਨਾਲ, ਅਤੇ ਇਹ ਦਿਸ ਇਜ਼ ਟਾਈਪ ਆਫ, ਠੀਕ ਹੈ, ਐਸ ਸ਼ੇਪ। ਮੈਂ ਦੱਸਿਆ ਸਾਨੂੰ ਹੀਮੋਗਲੋਬਿਨ ਜਿਹੜੀ ਹੁੰਦੀ ਹੈ ਐਸ ਸ਼ੇਪ ਦੀ ਹੁੰਦੀ ਹੈ, ਅਤੇ ਜਿਹੜਾ ਮਾਇਓਗਲੋਬਿਨ ਹੁੰਦਾ ਹੈ ਡੋਟਡ ਲਾਈਨ ਦੀ ਸ਼ੇਪ ਵਿੱਚ ਹੁੰਦਾ ਹੈ, ਹਾਈਪਰਬੋਲਿਕ ਦੀ ਸ਼ੇਪ ਵਿੱਚ ਹੁੰਦਾ ਹੈ। ਸੋ ਦਿਸ ਇਜ਼ ਅਬਾਊਟ ਦ ਮਾਇਓਗਲੋਬਿਨ, ਹੀਮੋਗਲੋਬਿਨ ਐਂਡ ਕੋਆਪਰੇਟਿਵਿਟੀ ਇਫੈਕਟ। ਸੋ ਥੈਂਕ ਯੂ ਸੋ ਮਚ। ਆਈ ਹੋਪ ਕਿ ਤੁਹਾਨੂੰ ਇਹ ਜ਼ਰੂਰ ਸਮਝ ਆਇਆ ਹੋਵੇਗਾ।